ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਕੰਮ ਕਰ ਰਹੀ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬੀ ਭਾਸ਼ਾ ਦੀ ਵਿਆਕਰਨ ਬਾਰੇ, ਵਿਆਕਰਨ ਦੀ ਮਹੱਤਤਾ ਬਾਰੇ, ਮੰਤਵ ਬਾਰੇ ਅਤੇ ਵਿਆਕਰਨ ਦੇ 4 ਮੁੱਖ ਭਾਗਾਂ ਬਾਰੇ। ਆਪਾਂ ਗੱਲ ਕੀਤੀ ਸੀ ਕਿ ਵਿਆਕਰਨ ਦੇ 4 ਮੁੱਖ ਭਾਗ ਹੁੰਦੇ ਹਨ। ਪਹਿਲਾ ਹੈ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਨ ਬੋਧ, ਦੂਸਰਾ ਹੈ ਸ਼ਬਦ ਬੋਧ, ਤੀਸਰਾ ਹੈ ਵਾਕ ਬੋਧ ਅਤੇ ਚੌਥਾ ਹੈ ਅਰਥ ਬੋਧ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ ਪਹਿਲੇ ਅੰਗ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ, ਜਿਸ ਦਾ ਨਾਂ ਹੈ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਨ ਬੋਧ। ਵਿਆਕਰਨ ਦੇ ਇਸ ਭਾਗ ਦੇ ਵਿੱਚ ਸਾਰੇ ਅੱਖਰਾਂ, ਲਗਾ ਮਾਤਰਾਵਾਂ, ਲਗਾਖਰਾਂ ਅਤੇ ਦੁੱਤ ਅੱਖਰਾਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਧੁਨੀ ਕੀ ਹੈ। ਤੁਸੀਂ ਛੋਟੇ ਨੰਨੇ ਮੁੰਨੇ ਬੱਚਿਆਂ ਨੂੰ ਬੋਲਦਿਆਂ ਅਕਸਰ ਸੁਣਿਆ ਹੋਵੇਗਾ। ਉਹ ਕੀ ਬੋਲਦੇ ਹਨ, ਕਿਉਂਕਿ ਉਹਨਾਂ ਨੂੰ ਤਾਂ ਵਿਆਕਰਨ ਦਾ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਲਗਾ ਮਾਤਰਾਵਾਂ ਲੱਗਣੀਆਂ ਹਨ, ਕਿਹੜੇ ਲਗਾਖਰ ਲੱਗਣੇ ਹਨ, ਕਿਹੜੇ ਦੁੱਤ ਅੱਖਰ ਲੱਗਣੇ ਹਨ, ਕਿਹੜੇ ਵਰਨ ਨਾਲ ਕਿਹੜੀ ਮਾਤਰਾ ਲੱਗਣੀ ਹੈ ਅਤੇ ਕਿਹੜੀ ਨਹੀਂ ਲੱਗਣੀ। ਇਹ ਸਾਰਾ ਕੁਝ ਉਹਨਾਂ ਨੂੰ ਪਤਾ ਨਹੀਂ ਹੁੰਦਾ। ਛੋਟੇ ਬੱਚੇ ਵਰਨ ਦੀ, ਅੱਖਰ ਦੀ ਸਿਰਫ ਆਵਾਜ਼ ਕੱਢਦੇ ਹਨ। ਜਿਵੇਂ ਤੁਸੀਂ ਇਸ ਵਿੱਚ ਦੇਖ ਰਹੇ ਹੋ, ਬੱਚੇ ਕੀ ਕਰਦੇ ਨੇ, ਬੱਚੇ ਬੋਲਦੇ ਨੇ ਜਿਵੇਂ ਮਾਂ, ਮੰਮੇ ਦੀ ਆਵਾਜ਼, ਪਾ ਪਾਪਾ, ਪੱਪੇ ਦੀ ਆਵਾਜ਼, ਬਾ ਬਾਬਾ, ਬੱਬੇ ਦੀ ਆਵਾਜ਼, ਨਾ ਨਾਨਾ, ਨੰਨੇ ਦੀ ਆਵਾਜ਼, ਕਾਕਾ, ਕੱਕੇ ਦੀ ਆਵਾਜ਼ ਅਤੇ ਹੋਰ ਵੀ ਬਹੁਤ ਸਾਰੇ ਵਰਨਾਂ ਦੀਆਂ ਆਵਾਜ਼ਾਂ। ਜਦੋਂ ਵੀ ਅਸੀਂ ਵੀ ਕੁਝ ਬੋਲਦੇ ਹਾਂ ਤਾਂ ਪਹਿਲਾਂ ਆਵਾਜ਼ ਪੈਦਾ ਹੁੰਦੀ ਹੈ, ਸਾਊਂਡ ਪੈਦਾ ਹੁੰਦੀ ਹੈ। ਸੋ ਧੁਨੀ ਦਾ ਅਰਥ ਹੈ ਆਵਾਜ਼। ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ, ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਇਹ ਸਾਰਥਕ ਧੁਨੀਆਂ ਜਾਂ ਆਵਾਜ਼ਾਂ ਮੌਖਿਕ ਪੱਧਰ ਉੱਤੇ ਵਿਚਰਦੀਆਂ ਹਨ। ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਸ ਦਾ ਨਿਖੇੜ ਕੀਤਿਆਂ ਧੁਨੀਆਂ ਦਾ ਪਤਾ ਲੱਗਦਾ ਹੈ। ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਭਾਰਤ, ਭਾਰਤ ਸ਼ਬਦ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਆ ਪ-ਆ-ਰ-ਤ, ਭਾਰਤ। ਪੱਬਾ, ਰਾਰਾ, ਤੱਤਾ ਵਰਨ ਹਨ। ਪੱਬੇ ਨੂੰ ਆ ਕੰਨੇ ਦੀ ਮਾਤਰਾ ਲੱਗੀ ਹੋਈ ਹੈ। ਪ-ਆ-ਰ-ਤ ਧੁਨੀਆਂ ਮਿਲ ਕੇ ਤੇ ਸ਼ਬਦ ਬਣ ਗਿਆ ਭਾਰਤ। ਸੋ ਸਭ ਤੋਂ ਪਹਿਲਾਂ ਧੁਨੀ ਪੈਦਾ ਹੁੰਦੀ ਹੈ। ਧੁਨੀ ਤੋਂ ਵਰਨ ਜਾਂ ਅੱਖਰ ਬਣਦੇ ਹਨ। ਹੁਣ ਆਪਾਂ ਗੱਲ ਕਰਾਂਗੇ ਵਰਨ ਦੀ, ਕਿ ਵਰਨ ਕੀ ਹੈ ਜਾਂ ਅੱਖਰ ਕੀ ਹਨ। ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ, ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਡੇ ਕੋਲ 41 ਵਰਨ ਹਨ। ਊੜਾ, ਐੜਾ, ਈੜੀ, ਸੱਸਾ, ਹਾਹਾ, ਜਿਸ ਨੂੰ ਅਸੀਂ ਮੁੱਖ ਵਰਗ ਵੀ ਕਹਿੰਦੇ ਹਾਂ। ਕੱਕੇ ਤੋਂ ਸ਼ੁਰੂ ਹੋਣ ਵਾਲਾ ਕਵਰਗ, ਚੱਚਾ ਵਰਨ ਤੋਂ ਸ਼ੁਰੂ ਹੋਣ ਵਾਲਾ ਵਰਗ ਨੂੰ ਅਸੀਂ ਚਵਰਗ ਕਹਿੰਦੇ ਹਾਂ। ਟੈਂਕੇ ਵਰਨ ਤੋਂ ਸ਼ੁਰੂ ਹੋਣ ਵਾਲਾ ਟਵਰਗ, ਤੱਤੇ ਵਰਨ ਤੋਂ ਸ਼ੁਰੂ ਹੋਣ ਵਾਲੀ ਲਾਈਨ ਨੂੰ ਅਸੀਂ ਤਵਰਗ ਕਹਿੰਦੇ ਹਾਂ। ਪੱਪੇ ਤੋਂ ਸ਼ੁਰੂ ਹੋਣ ਵਾਲਾ ਪਵਰਗ ਅਤੇ ਅੰਤਿਮ ਵਰਗ ਆਪਾਂ ਕਹਿੰਦੇ ਹਾਂ ਯਈਆ, ਰਾਰਾ, ਲੱਲਾ, ਵੱਵਾ ਅਤੇ ਰਾੜਾ ਵਰਨ ਨੂੰ ਅਸੀਂ ਅੰਤਿਮ ਵਰਗ ਦੇ ਵਿੱਚ ਗਿਣਦੇ ਹਾਂ। ਇਸ ਤਰ੍ਹਾਂ ਊੜੇ ਤੋਂ ਲੈ ਕੇ ਰਾੜੇ ਤੱਕ ਸਾਡੀ ਵਰਨਮਾਲਾ ਦੇ ਕੁੱਲ 35 ਵਰਨ ਸਨ ਅਤੇ ਇਸ ਨੂੰ 35 ਜਾਂ 35 ਅੱਖਰੀ ਵੀ ਆਖਿਆ ਜਾਂਦਾ ਸੀ। ਫਿਰ ਅਰਬੀ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸਾਡੇ ਕੋਲ ਜਿਹੜੇ ਪਹਿਲਾਂ ਤੋਂ ਹੀ 6 ਅੱਖਰ ਮੌਜੂਦ ਸਨ। ਕਿਹੜੇ ਸੀਗੇ ਉਹ? ਸੱਸਾ, ਖੱਖਾ, ਗੱਗਾ, ਜੱਜਾ, ਫੱਫਾ ਅਤੇ ਲੱਲਾ। ਇਹਨਾਂ ਪੰਜਾਬੀ ਵਰਨਮਾਲਾ ਦੇ ਵਿੱਚ ਇਹਨਾਂ ਅੱਖਰਾਂ ਦੇ
ਪੈਰਾਂ ਦੇ ਵਿੱਚ ਬਿੰਦੀ ਲਾ ਕੇ 6 ਨਵੇਂ ਵਰਨ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਬਣਾਈ ਗਈ। ਇਸ ਤਰ੍ਹਾਂ ਇਹ ਗਿਣਤੀ 35 ਤੋਂ ਵੱਧ ਕੇ 41 ਹੋ ਗਈ। ਹੁਣ ਵਰਤਮਾਨ ਸਾਡੀ ਪੰਜਾਬੀ ਵਰਨਮਾਲਾ ਦੇ 41 ਵਰਨ ਜਾਂ ਅੱਖਰ ਹਨ। ਸਾਰੇ ਵਰਨ ਜਾਂ ਅੱਖਰ ਇੱਕ ਮਾਲਾ ਵਿੱਚ ਪਰੋਏ ਹੋਏ ਹੋਣ ਕਰਕੇ ਇਸ ਨੂੰ ਵਰਨਮਾਲਾ ਭਾਵ ਵਰਨਾਂ ਦੀ ਮਾਲਾ ਕਿਹਾ ਜਾਂਦਾ ਹੈ। ਵਰਨ ਦੋ ਤਰ੍ਹਾਂ ਦੇ ਹੁੰਦੇ ਹਨ, ਸਵਰ ਅਤੇ ਵਿਅੰਜਨ। ਹੁਣ ਆਪਾਂ ਗੱਲ ਕਰਾਂਗੇ ਸਵਰ ਕੀ ਹੈ। ਜਿਹੜੇ ਵਰਨ ਕਿਸੇ ਹੋਰ ਵਰਨ ਦੀ ਸਹਾਇਤਾ ਤੋਂ ਬਗੈਰ ਬੋਲੇ ਜਾਂਦੇ ਹਨ ਉਹਨਾਂ ਵਰਨਾਂ ਨੂੰ ਸਵਰ ਕਿਹਾ ਜਾਂਦਾ ਹੈ, ਜਾਂ ਇੰਜ ਵੀ ਕਹਿ ਲਈਏ ਕਿ ਜਿਨ੍ਹਾਂ ਵਰਨਾਂ ਦੇ ਉਚਾਰਨ ਸਮੇਂ ਹਵਾ ਉਚਾਰਨ ਅੰਗ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਬਾਹਰ ਨਿਕਲਦੀ ਹੈ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ, ਉਹਨਾਂ ਨੂੰ ਸਵਰ ਕਹਿੰਦੇ ਹਨ। ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ। ਪੰਜਾਬੀ ਭਾਸ਼ਾ ਵਿੱਚ 3 ਸਵਰ ਹਨ, ਊੜਾ, ਐੜਾ ਅਤੇ ਈੜੀ। ਊੜਾ, ਐੜਾ ਅਤੇ ਈੜੀ 3 ਸਵਰ ਅੱਖਰ ਹਨ, ਸਵਰ ਵਾਹਕ ਹਨ, ਜੋ ਪੰਜਾਬੀ ਭਾਸ਼ਾ ਦੀਆਂ 10 ਸਵਰ ਧੁਨੀਆਂ, ਤੁਸੀਂ ਦੇਖ ਰਹੇ ਹੋ ਕਿਹੜੀਆਂ ਕਿਹੜੀਆਂ ਸਾਡੀਆਂ 10 ਸਵਰ ਧੁਨੀਆਂ ਨੇ। ਅ, ਆ, ਈ, ਈ, ਊ, ਊ, ਏ, ਐ, ਓ, ਔ। ਇਹਨਾਂ 10 ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ 3 ਸਵਰ ਵਾਹਕ ਨੇ ਸਾਡੇ ਕੋਲ, ਊੜਾ, ਐੜਾ ਅਤੇ ਈੜੀ। ਬੇਸ਼ੱਕ ਸਵਰ ਧੁਨੀਆਂ ਮੂੰਹ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਉਚਾਰੀਆਂ ਜਾਂਦੀਆਂ ਹਨ, ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖਾਸ ਭੂਮਿਕਾ ਹੈ, ਕਿਉਂਕਿ ਉਸ ਸਮੇਂ ਜੀਭ ਕਈ ਸਥਿਤੀਆਂ ਗ੍ਰਹਿਣ ਕਰਦੀ ਹੈ। ਜਿਵੇਂ ਕਦੇ ਜੀਭ ਉੱਚੀ ਅਵਸਥਾ ਵਿੱਚ ਹੁੰਦੀ ਹੈ, ਕਦੇ ਅੱਧ ਉੱਚੀ, ਕਦੇ ਅੱਧ ਨੀਵੀਂ ਅਤੇ ਕਦੇ ਨੀਵੀਂ ਹੁੰਦੀ ਹੈ। ਕਦੇ ਜੀਭ ਦਾ ਅਗਲਾ ਹਿੱਸਾ ਅਤੇ ਕਦੇ ਪਿਛਲਾ ਹਿੱਸਾ ਹਰਕਤ ਵਿੱਚ ਹੁੰਦਾ ਹੈ। ਇਸੇ ਪ੍ਰਕਾਰ ਬੁੱਲਾਂ ਦੀ ਵੀ ਖਾਸ ਭੂਮਿਕਾ ਹੈ, ਕਦੇ ਇਹ ਗੁਲਾਈਦਾਰ ਅਤੇ ਕਦੇ ਗੁਲਾਈ ਰਹਿਤ ਅਵਸਥਾ ਵਿੱਚ ਹੁੰਦੇ ਹਨ। ਜਿਹੜਾ ਸਾਹ ਅੰਦਰੋਂ ਆ ਰਿਹਾ ਹੁੰਦਾ ਹੈ ਕਿਸੇ ਧੁਨੀ ਦੇ ਉਚਾਰਨ ਵੇਲੇ ਘੱਟ ਲੱਗਦਾ ਹੈ ਅਤੇ ਕਿਸੇ ਧੁਨੀ ਦੇ ਉਚਾਰਨ ਵੇਲੇ ਸਾਹ ਵੱਧ ਲੱਗਦਾ ਹੈ। ਇਸ ਆਧਾਰ ਉੱਤੇ ਅਸੀਂ ਸਵਰ ਧੁਨੀਆਂ ਨੂੰ 2 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਤੁਸੀਂ ਦੇਖ ਰਹੇ ਹੋ, ਪਹਿਲਾ ਹੈ ਲਘੂ ਸਵਰ ਧੁਨੀਆਂ, ਜਿਨ੍ਹਾਂ ਨੂੰ ਅਸੀਂ ਹਰਸਵ ਸਵਰ ਧੁਨੀਆਂ ਵੀ ਕਹਿੰਦੇ ਹਾਂ, ਅਤੇ ਦੂਸਰਾ ਹੈ ਦੀਰਘ ਸਵਰ ਧੁਨੀਆਂ। ਹਰਸਵ ਜਾਂ ਲਘੂ ਸਵਰ ਧੁਨੀਆਂ ਘੱਟ ਸਾਹ ਲੱਗਣ ਵਾਲੀਆਂ ਧੁਨੀਆਂ ਹੁੰਦੀਆਂ ਹਨ। ਪੰਜਾਬੀ ਵਿੱਚ ਊ, ਅ, ਈ, ਇਹ 3 ਜਿਹੜੀਆਂ ਨੇ ਇਹ ਸਾਡੀਆਂ ਹਰਸਵ ਜਾਂ ਲਘੂ ਸਵਰ ਧੁਨੀਆਂ ਹਨ। ਦੀਰਘ ਸਵਰ ਧੁਨੀਆਂ ਉਹ ਸਵਰ ਧੁਨੀਆਂ ਹੁੰਦੀਆਂ ਹਨ ਜੋ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਬੋਲਣ ਦੇ ਲਈ ਵੱਧ ਸਾਹ ਲੱਗਦਾ ਆ। ਪੰਜਾਬੀ ਦੇ ਵਿੱਚ 7 ਸਵਰ ਧੁਨੀਆਂ ਤੁਸੀਂ ਦੇਖ ਰਹੇ ਹੋ, ਆ, ਈ, ਊ, ਏ, ਐ, ਓ, ਔ। ਇਹ ਜਿਹੜੀਆਂ 7 ਸਵਰ ਧੁਨੀਆਂ ਨੇ ਇਹਨਾਂ ਨੂੰ ਅਸੀਂ ਦੀਰਘ ਸਵਰ ਧੁਨੀਆਂ ਕਹਿੰਦੇ ਹਾਂ। ਆਮ ਤੌਰ 'ਤੇ ਦੀਰਘ ਸਵਰ ਧੁਨੀ ਦੇ ਉਚਾਰਨ ਵਿੱਚ ਲਘੂ ਸਵਰ ਧੁਨੀ ਨਾਲੋਂ ਦੁੱਗਣਾ ਸਮਾਂ ਲੱਗਦਾ ਹੈ। ਸੋ ਇਸ ਤਰ੍ਹਾਂ ਸਾਡੀਆਂ 10 ਸਵਰ ਧੁਨੀਆਂ ਦੇ ਵਿੱਚੋਂ 3 ਲਘੂ ਅਤੇ 7 ਦੀਰਘ ਸਵਰ ਧੁਨੀਆਂ ਹਨ। ਹੁਣ ਆਪਾਂ ਗੱਲ ਕਰਾਂਗੇ ਵਿਅੰਜਨ ਬਾਰੇ। ਵਿਅੰਜਨ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ। ਸਾਹ ਦੀ ਹਵਾ ਨੂੰ 2 ਉਚਾਰਨ ਅੰਗ ਰੋਕਦੇ ਹਨ। ਇਹਨਾਂ ਵਿੱਚੋਂ ਇੱਕ ਹੈ ਚੁਸਤ ਅਤੇ ਦੂਜਾ ਹੈ ਸੁਸਤ। ਸੁਸਤ ਉਚਾਰਨ ਅੰਗ ਹੁੰਦੇ ਹਨ ਸਾਡੇ ਮੂੰਹ ਦਾ ਉੱਪਰਲਾ ਚਬਾੜਾ ਅਤੇ ਉੱਪਰਲਾ ਬੁੱਲ। ਸਾਡੇ ਮੂੰਹ ਦੇ ਉੱਪਰਲੇ ਚਬਾੜੇ ਅਤੇ ਉੱਪਰਲੇ ਬੁੱਲ ਨੂੰ ਸੁਸਤ ਉਚਾਰਨ ਅੰਗ ਕਹਿੰਦੇ ਹਨ। ਚੁਸਤ ਉਚਾਰਨ ਅੰਗ ਹੁੰਦੇ ਹਨ ਸਾਡੀ ਜੀਭ ਅਤੇ ਹੇਠਲਾ ਬੁੱਲ। ਇਹ ਦੋਨੋਂ ਜਿਹੜੇ ਨੇ ਇਹ ਚੁਸਤ ਉਚਾਰਨ ਅੰਗ ਵਿੱਚ ਆਉਂਦੇ ਹਨ। ਉਚਾਰਨ ਅੰਗ ਵਿਅੰਜਨ ਧੁਨੀਆਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ।
ਜੀਭ ਕਦੇ ਕੋਮਲ ਤਾਲੂ ਨੂੰ ਛੂੰਹਦੀ ਹੈ, ਕਦੇ ਕਠੋਰ ਤਾਲੂ ਨੂੰ ਛੂੰਹਦੀ ਹੈ ਅਤੇ ਕਦੇ ਉਲਟੀ ਹੋ ਕੇ ਸਿੱਧੀ ਹੁੰਦੀ ਹੈ। ਕਿਵੇਂ? ਇਸ ਨੂੰ ਅਸੀਂ ਇਸ ਸਲਾਈਡ ਦੀ ਮਦਦ ਦੇ ਨਾਲ ਸਮਝਾਂਗੇ। ਪਹਿਲਾ ਹੈ ਕੰਠੀ ਵਿਅੰਜਨ ਧੁਨੀਆਂ। ਕੱਕਾ, ਖੱਖਾ, ਗੱਗਾ, ਘੱਗਾ, ngੰਗਾ। ਇਹਨਾਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਕੋਮਲ ਤਾਲੂ ਨੂੰ ਛੂੰਹਦੀ ਹੈ। ਦੂਜਾ ਹੈ ਤਾਲਵੀ ਵਿਅੰਜਨ ਧੁਨੀਆਂ। ਚੱਚਾ, ਛੱਛਾ, ਜੱਜਾ, ਝਿੱਜਾ, ঞ, ਸੱਸੇ ਪੈਰ ਬਿੰਦੀ ਅਤੇ ਯਈਆ। ਇਹਨਾਂ ਦੇ ਉਚਾਰਨ ਸਮੇਂ ਜੀਭ ਕਠੋਰ ਤਾਲੂ ਨੂੰ ਛੂੰਹਦੀ ਹੈ ਅਤੇ ਇਹਨਾਂ ਨੂੰ ਅਸੀਂ ਤਾਲਵੀ ਵਿਅੰਜਨ ਧੁਨੀਆਂ ਕਹਿੰਦੇ ਹਾਂ। ਇਸ ਤੋਂ ਅੱਗੇ ਹੈ ਉਲਟ ਜੀਭੀ ਵਿਅੰਜਨ ਧੁਨੀਆਂ। ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਲੱਲੇ ਪੈਰ ਬਿੰਦੀ ਅਤੇ ੜਾੜਾ। ਇਹਨਾਂ ਵਿਅੰਜਨ ਧੁਨੀਆਂ ਨੂੰ ਉਲਟ ਜੀਭੀ ਕਹਿੰਦੇ ਹਨ। ਕਿਉਂ ਉਲਟ ਜੀਭੀ ਕਹਿੰਦੇ ਹਨ? ਕਿਉਂਕਿ ਬੋਲਣ ਸਮੇਂ ਜੀਭ ਉਲਟੀ ਹੋ ਕੇ ਸਿੱਧੀ ਹੁੰਦੀ ਹੈ। ਬੋਲ ਕੇ ਦੇਖ ਲਓ। ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਲੱਲੇ ਪੈਰ ਬਿੰਦੀ ਅਤੇ ੜਾੜਾ। ਅੱਗੇ ਹੈ ਦੰਤੀ ਵਿਅੰਜਨ ਧੁਨੀਆਂ। ਦੰਤੀ ਵਿਅੰਜਨ ਧੁਨੀਆਂ ਉਹ ਵਿਅੰਜਨ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਜਿਹੜੀ ਆ ਉਹ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਇਹਦੇ ਵਿੱਚ ਸਾਡੇ ਕੋਲ ਆਉਂਦੀਆਂ ਨੇ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਲੱਲਾ, ਰਾਰਾ ਅਤੇ ਸੱਸਾ। ਤੁਸੀਂ ਦੇਖਦੇ ਹੋ ਜਦੋਂ ਵੀ ਆਪਾਂ ਇਹਨਾਂ ਵਿਅੰਜਨ ਧੁਨੀਆਂ ਦਾ ਉਚਾਰਨ ਕਰਦੇ ਹਾਂ ਤੇ ਸਾਡੀ ਜਿਹੜੀ ਜੀਭ ਆ ਉਹ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਅੱਗੇ ਹੈ ਹੋਂਠੀ ਵਿਅੰਜਨ ਧੁਨੀਆਂ। ਇਹਦੇ ਵਿੱਚ ਆਉਂਦੀਆਂ ਨੇ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ ਅਤੇ ਵਊਆ। ਇਹਨਾਂ ਵਿਅੰਜਨ ਧੁਨੀਆਂ ਦੇ ਉਚਾਰਨ ਸਮੇਂ ਜਿਹੜੇ ਸਾਡੇ ਹੋਂਠ ਆ, ਜਿਹਨੂੰ ਆਪਾਂ ਬੁੱਲ ਵੀ ਕਹਿੰਦੇ ਆ, ਉਹਨਾਂ ਦੀ ਆਪਣੀ ਖਾਸ ਭੂਮਿਕਾ ਹੁੰਦੀ ਹੈ। ਕਦੇ ਬੁੱਲ ਖੁੱਲ੍ਹਦੇ ਹਨ ਅਤੇ ਕਦੇ ਬੁੱਲ ਜੁੜਦੇ ਹਨ। ਉਚਾਰਨ ਕਰਕੇ ਦੇਖ ਸਕਦੇ ਹੋ ਤੁਸੀਂ, ਜਦੋਂ ਆਪਾਂ ਇਹਨਾਂ ਵਿਅੰਜਨ ਧੁਨੀਆਂ ਨੂੰ ਬੋਲਦੇ ਹਾਂ ਤੇ ਸਾਡੇ ਬੁੱਲ ਜਿਹੜੇ ਆ ਉਹ ਕਦੀ ਖੁੱਲ੍ਹਦੇ ਆ ਤੇ ਕਦੀ ਜੁੜਦੇ ਆ। ਜਿਵੇਂ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਵਊਆ। ਅਤੇ ਹਾਹਾ ਜਿਹੜਾ ਆ ਉਹ ਸਾਡੀ ਸੁਰ ਜੰਤਰੀ ਵਿਅੰਜਨ ਧੁਨੀ ਹੈ। ਇੱਕ ਗੱਲ ਤੁਸੀਂ ਨੋਟ ਕੀਤੀ ਹੋਵੇਗੀ ਕਿ ਮੈਂ ਕੁਝ ਵਰਨ ਕੱਟੇ ਹੋਏ ਹਨ। ਘੱਗਾ, ਝਿੱਜਾ, ਡੱਡਾ, ਧੱਦਾ, ਭੱਬਾ। ਇਹਨਾਂ ਵਰਨਾਂ ਨੂੰ ਮੈਂ ਕੱਟਿਆ ਹੋਇਆ ਹੈ ਕਿਉਂਕਿ ਇਹ ਵਰਨ ਲਿਖਤ ਵਿੱਚ ਤਾਂ ਹਨ ਪਰ ਬੋਲਚਾਲ ਦੀ ਭਾਸ਼ਾ ਵਿੱਚ ਨਾ ਵਰਤੇ ਜਾਣ ਕਾਰਨ ਇਹਨਾਂ ਨੂੰ ਵਿਅੰਜਨ ਧੁਨੀਆਂ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਇਸ ਕਰਕੇ ਇਹਨਾਂ ਵਿਅੰਜਨਾਂ ਧੁਨੀਆਂ ਨੂੰ ਕੱਟਿਆ ਹੋਇਆ ਹੈ। ਇਹਨਾਂ ਸਾਰੀਆਂ ਵਿਅੰਜਨ ਧੁਨੀਆਂ ਦੇ ਵਿੱਚੋਂ ਸਾਡੇ ਕੋਲ ਕੁਝ ਨਾਸਕੀ ਜਾਂ ਅਨੁਨਾਸਕੀ ਵਿਅੰਜਨ ਧੁਨੀਆਂ ਵੀ ਹੁੰਦੀਆਂ ਆ। ਉਹ ਕਿਹੜੀਆਂ ਨੇ? ઞ, ఞ, ਨਾਣਾ, ਨੰਨਾ ਅਤੇ ਮੰਮਾ। ਤੁਸੀਂ ਦੇਖ ਰਹੇ ਹੋ ਇਹ ਸਾਡੀਆਂ 5 ਨਾਸਕੀ ਜਾਂ ਅਨੁਨਾਸਕੀ ਵਿਅੰਜਨ ਧੁਨੀਆਂ ਨੇ। ਜਦੋਂ ਅਸੀਂ ਇਹਨਾਂ ਧੁਨੀਆਂ ਦਾ ਉਚਾਰਨ ਕਰਦੇ ਹਾਂ ਤੇ ਆਵਾਜ਼ ਸਾਡੇ ਨੱਕ ਵਿੱਚੋਂ ਨਿਕਲਦੀ ਆ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਦਾ ਕੁਝ ਭਾਗ ਨੱਕ ਵਿੱਚੋਂ ਨਿਕਲਦਾ ਹੈ। ਤੁਸੀਂ ਬੋਲ ਕੇ ਦੇਖ ਸਕਦੇ ਹੋ। ఞ, ఞ, ਨਾਣਾ, ਨੰਨਾ ਅਤੇ ਮੰਮਾ। ਇਹਨਾਂ ਵਿਅੰਜਨ ਧੁਨੀਆਂ ਦੀ ਵਰਤੋਂ ਕਿਵੇਂ ਹੁੰਦੀ ਆ? ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਕੰਗਣ, ఞ ਦੀ ਵਰਤੋਂ ਜੰਝ, ఞ ਦੀ ਵਰਤੋਂ ਇੰਜਣ, ਨਾਣੇ ਦੀ ਵਰਤੋਂ ਬੀਨ, ਨੰਨੇ ਦੀ ਵਰਤੋਂ, ਜਾਂ ਆਪਾਂ ਸ਼ਬਦ ਲਿਖਦੇ ਹਾਂ ਮੰਜਾ ਅਤੇ ਉਸ ਵਿੱਚ ਮੰਮੇ ਦੀ ਵਰਤੋਂ, ਅਤੇ ਹੋਰ ਵੀ ਬਹੁਤ ਸਾਰੇ ਸ਼ਬਦ। ਇਸ ਤੋਂ ਇਲਾਵਾ ਸਾਡੇ ਕੋਲ ਯਈਆ ਅਤੇ ਵਊਆ 2 ਅਜਿਹੀਆਂ ਵਿਅੰਜਨ ਧੁਨੀਆਂ ਹਨ ਜੋ ਸਵਰ ਧੁਨੀਆਂ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ। ਤੁਸੀਂ ਦੇਖ ਰਹੇ ਹੋ ਗਿਆਨੀ ਸ਼ਬਦ ਦੇ ਵਿੱਚ ਯਈਆ ਵਿਅੰਜਨ ਧੁਨੀ ਆ ਸਵਰ ਧੁਨੀ ਵਿੱਚ ਤਬਦੀਲ ਹੋ ਗਈ। ਇੱਕ ਹੋਰ ਉਦਾਹਰਨ ਤੁਸੀਂ ਦੇਖ ਰਹੇ ਹੋ, ਸੁਆਮੀ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਵਊਆ ਵਿਅੰਜਨ ਧੁਨੀ
अस्वर ਧੁਨੀ ਵਿੱਚ ਤਬਦੀਲ ਹੋ ਗਈ। ਸੋ ਇਸ ਤਰ੍ਹਾਂ ਸਾਡੀ ਪੰਜਾਬੀ ਵਰਨਮਾਲਾ ਦੇ ਕੁੱਲ 41 ਵਰਨ ਹਨ। ਇਹਨਾਂ 41 ਵਰਨਾਂ ਦੇ ਵਿੱਚੋਂ ਮੁੱਖ ਵਰਗ ਦੇ ਪਹਿਲੇ 3 ਵਰਨ ਊੜਾ, ਐੜਾ ਅਤੇ ਈੜੀ ਇਹ ਸਵਰ ਹਨ ਜੋ ਪੰਜਾਬੀ ਭਾਸ਼ਾ ਦੀਆਂ 10 ਸਵਰ ਧੁਨੀਆਂ ਨੂੰ ਅੰਕਿਤ ਕਰਦੇ ਹਨ। ਸੱਸਾ ਦੰਤੀ ਵਿਅੰਜਨ ਧੁਨੀ ਹੈ। ਹਾਹਾ ਸੁਰ ਜੰਤਰੀ ਹੈ। ਕਵਰਗ ਕੰਠੀ ਵਿਅੰਜਨ ਧੁਨੀਆਂ ਹਨ। ਚਵਰਗ ਤਾਲਵੀ ਵਿਅੰਜਨ ਧੁਨੀਆਂ ਹਨ। ਟਵਰਗ ਉਲਟ ਜੀਬੀ ਵਿਅੰਜਨ ਧੁਨੀਆਂ ਹਨ। ਤਵਰਗ ਦੰਤੀ ਵਿਅੰਜਨ ਧੁਨੀਆਂ ਹਨ ਅਤੇ ਪਵਰਗ ਜੋ ਹੈ ਉਹ ਹੋਂਠੀ ਵਿਅੰਜਨ ਧੁਨੀਆਂ ਹਨ। ਇਸ ਤੋਂ ਬਾਅਦ ਸਾਡੀ ਵਰਨਮਾਲਾ ਦੇ ਵਿੱਚ ਆਉਂਦਾ ਹੈ ਅੰਤਿਮ ਵਰਗ। ਅੰਤਿਮ ਵਰਗ ਦਾ ਯਈਆ ਵਰਨ ਤਾਲਵੀ ਵਿਅੰਜਨ ਧੁਨੀ ਹੈ। ਰਾਰਾ ਅਤੇ ਲੱਲਾ ਵਰਨ ਦੰਤੀ ਵਿਅੰਜਨ ਧੁਨੀਆਂ ਹਨ। ਵਊਆ ਵਰਨ ਹੋਂਠੀ ਵਿਅੰਜਨ ਧੁਨੀ ਹੈ ਅਤੇ ਰਾੜਾ ਵਰਨ ਉਲਟ ਜੀਬੀ ਵਿਅੰਜਨ ਧੁਨੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਆਕਰਨ ਦੇ ਪਹਿਲੇ ਅੰਗ ਜਿਸ ਨੂੰ ਧੁਨੀ ਬੋਧ ਜਾਂ ਅੱਖਰ ਬੋਧ ਕਹਿੰਦੇ ਹਾਂ ਦੇ ਬਾਰੇ ਵਿੱਚ ਗੱਲ ਕੀਤੀ ਹੈ। ਆਪਾਂ ਗੱਲ ਕੀਤੀ ਹੈ ਧੁਨੀ ਬਾਰੇ, ਵਰਨ ਜਾਂ ਅੱਖਰ ਬਾਰੇ, ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਬਾਰੇ। ਵਿਆਕਰਨ ਦੇ ਇਸ ਭਾਗ ਅਧੀਨ ਲਗਾ ਮਾਤਰਾਵਾਂ, ਲਗਾਖਰਾਂ ਅਤੇ ਦੁੱਤ ਅੱਖਰਾਂ ਦੇ ਨਿਯਮਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਬਾਰੇ ਅਸੀਂ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।